ਸੋ ਜਿਹੜੀ ਮੈਂ ਸੰਪਾਦਕੀ ਲਿਖੀ, ਉਸ ਸੰਪਾਦਕੀ ਦੇ ਉੱਪਰ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਇਆ, ਪਰ ਜਿਹੜਾ ਲੈਫਟਿਸਟ ਵਰਡ ਸੀਗਾ ਉਹਦੇ ਵਿੱਚੋਂ ਇੱਕ ਬੜੀ ਵੱਡੀ ਆਵਾਜ਼ ਉੱਠੀ ਕਿ ਸਾਨੂੰ ਸੰਪਾਦਕੀ ਦੇ ਉੱਪਰ ਕੋਈ ਕਿੰਤੂ ਨਹੀਂ ਹੈ। ਪਰ ਇਹਦਾ ਜਿਹੜਾ ਸੰਪਾਦਕ ਹੈ ਉਹ ਸਿੱਖੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਕਿ ਜਿੰਨੀ ਲੋਕਾਂ ਦੀ ਚੇਤਨਤਾ ਸੰਗਠਿਤ ਰੂਪ ਦੇ ਵਿੱਚ, ਸਮੂਹਿਤ ਰੂਪ ਦੇ ਵਿੱਚ ਜਾਗੀ ਹੋਈ ਹੈ, ਜੇ ਅਸੀਂ ਅੱਜ ਦੇ ਸਮੇਂ ਦੇ ਵਿੱਚ ਸਰਕਾਰ ਨੂੰ ਝੁਕਾ ਨਹੀਂ ਪਾਉਂਦੇ ਤਾਂ ਇਹ ਚੇਤਨਤਾ ਫਿਰ ਸਦੀਆਂ ਬਾਅਦ ਇਸ ਤਰ੍ਹਾਂ ਇਕੱਠੀ ਹੁੰਦੀ ਹੈ। ਸਰਕਾਰ ਦੇ ਵਾਸਤੇ ਵੀ ਵਕਾਰ ਦੀ ਗੱਲ ਹੈ ਕਿ ਜੇਕਰ ਸਰਕਾਰ ਝੁਕ ਜਾਂਦੀ ਹੈ ਤੇ ਫਿਰ ਜਿਹੜੀ ਉਹਨਾਂ ਲੋਕਾਂ ਦੇ ਵਿੱਚ ਮੋਦੀ ਦੀ ਜਿਹੜੀ ਆਇਰਨ ਮੈਨਸ਼ਿਪ ਜਿਹੜੀ ਖੜੀ ਕੀਤੀ ਹੈ ਨਾ, ਲੋਹ ਪੁਰਸ਼ ਹੈ, ਅਡੇਕ ਹੈ, ਅਟਲ ਹੈ, ਜਿਹੜੀ ਗੱਲ ਕਰ ਲੈਂਦਾ ਉਹਦੇ ਤੋਂ ਪਿੱਛੇ ਨਹੀਂ ਹਟਦਾ, ਸੋ ਉਹਨਾਂ ਨੂੰ ਲੱਗਦਾ ਕਿ ਇਹ ਵੀ ਸਾਡਾ ਜਿਹੜਾ ਅਕਸੋ ਖੁਰ ਜਾਵੇਗਾ। ਸੋ ਉਹਨਾਂ ਨੂੰ ਨਹੀਂ ਸੀ ਮਨਜ਼ੂਰ। ਤਾਂ ਮੈਨੂੰ ਇਸ ਚੀਜ਼ 'ਤੇ ਕੋਈ ਇਤਰਾਜ਼ ਵੀ ਨਹੀਂ ਹੈ, ਪਰ ਮੈਨੂੰ ਇੰਝ ਲੱਗਾ ਕਿ ਸੱਚਮੁੱਚ ਇਹ ਲੋਕ ਅੰਦੋਲਨ ਨੂੰ ਇੰਨੇ ਸਮਰਪਿਤ ਨਹੀਂ ਹੈ ਜਿੰਨਾ ਕਿ ਆਪਣੀਆਂ ਵਿਚਾਰਧਾਰਾਵਾਂ ਨੂੰ। ਵੀ ਇਹ ਗੱਲ ਤਾਂ ਸਾਰੇ ਮਹਿਸੂਸ ਕਰਦੇ ਨੇ ਕਿ ਆਹ ਜਿਹੜਾ ਸਾਰਾ ਸੰਘਰਸ਼ ਹੈ ਨਾ, ਗੁਰਮਤਿ ਵਿਚਾਰਧਾਰਾ ਇਹਦੀ ਰੂਹ ਹੈ, ਉਸ ਰੂਹ ਨੂੰ ਤੁਸੀਂ ਲਾਂਭੇ ਕਰ ਲਓ ਤਾਂ ਇਹ ਜਿਹੜਾ ਅੰਦੋਲਨ ਹੈ ਨਾ, ਇਹਦਾ ਸਰੀਰਕ ਖੋਖਲਾ ਜਿਹਾ ਰਹਿ ਜਾਵੇਗਾ। ਹੁਣ ਤੁਸੀਂ ਵੇਖੋ, ਇੱਥੇ ਲੰਗਰ ਚੱਲ ਰਹੇ ਨੇ, ਉਹ ਗੁਰਮਤਿ ਦੀ ਪਰੰਪਰਾ ਹੈ। ਇੱਥੇ ਵੰਡ ਕੇ ਛਕਣ ਦੀ ਗੱਲ, ਉਹ ਗੁਰਮਤਿ ਦੀ ਪਰੰਪਰਾ ਹੈ। ਜਿੰਨੀਆਂ ਪੰਥਕ ਜਥੇਬੰਦੀਆਂ ਨੇ, ਬ੍ਰਿਟਿਸ਼ ਸਿੱਖ ਕੌਂਸਲ, ਖਾਲਸਾ ਏਡ, ਯੂਨਾਈਟਿਡ ਸਿੱਖਸ, ਦਲ ਖਾਲਸਾ, ਪੰਚ ਪ੍ਰਧਾਨੀ ਅਕਾਲੀ ਦਲ, ਇੱਥੋਂ ਤੱਕ ਕਿ ਭਾਵੇਂ ਸਾਡੀ ਵਿਰੋਧਤਾ ਵੀ ਹੋਵੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਮੈਨੇਜ ਕਮੇਟੀ, ਉਸ ਤੋਂ ਬਾਅਦ ਪੰਥਕ ਸੇਵਾ ਦਲ, ਪੰਥਕ ਨੁਮਾਇੰਦੇ, ਵੀ ਸਾਰੇ ਇਹਦੇ 'ਚ ਸ਼ਮੂਲੀਅਤ ਕਰ ਰਹੇ ਨੇ, ਪਰ ਉਹ ਆਗੂ ਪ੍ਰਣਾਲੀ ਕਿਸਾਨ ਜਥੇਬੰਦੀਆਂ ਨੂੰ ਹੀ ਸਵੀਕਾਰ ਰਹੇ ਨੇ। ਇੱਥੇ ਭਾਵੇਂ ਕਿ ਖੱਬੇ ਪੱਖੀ ਜ਼ਿਆਦਾ ਹੋਣ, ਪਰ ਜਦੋਂ ਕਿਤੇ ਸਟੇਜ ਤੋਂ ਵੀ ਗੱਲ ਹੁੰਦੀ ਹੈ, ਗੱਲ ਉੱਪਰ ਕਿਸੇ ਵੀ ਵਿਚਾਰਧਾਰਾ ਦੀ ਹੋ ਰਹੀ ਹੋਵੇ, ਥੱਲਿਓਂ ਜਿਹੜੇ ਜਕਾਰੇ ਆ ਉਹ ਬੋਲੇ ਸੋਨਿਹਾਲ ਦੀ ਲੱਗਦੀ। ਮੈਂ ਤਾਂ ਕੱਲ ਵੀ ਇੱਕ ਗੱਲ ਲਿਖੀ ਵੀ ਸਹੀ ਤੇ ਕਹੀ ਵੀ ਸੀ ਕਿ ਤੁਸੀਂ ਪਹਿਲਾ ਬਾਰਡਰ ਦੇ ਉੱਪਰ ਜਿਹੜਾ ਬੈਰੀਕੇਡ ਤੋੜਿਆ ਗਿਆ, ਉਹਦੇ ਤੋਂ ਲੈ ਕੇ ਦਿੱਲੀ ਦਾਖਲ ਹੋਣ ਤੱਕ ਸਾਰੇ ਬੈਰੀਕੇਡ ਤੋੜਨ ਦੀਆਂ ਵੀਡੀਓ ਵੇਖ ਲਓ, ਉਹਦੇ ਵਿੱਚ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਦੀ ਵਿਚਾਰਧਾਰਾ ਹੀ ਨਜ਼ਰ ਆਵੇਗੀ। ਸੋ ਜਿਹੜੀ ਸਾਡੀ ਗੱਲ ਹੈ ਉਹਦੇ 'ਚ ਫਤਿਹ ਤੇ ਜਕਾਰੇ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ। ਕਿ ਅਖਬਾਰ ਅਲੱਗ ਤੋਂ ਕਿਉਂ ਸ਼ੁਰੂ ਕਰਨਾ ਪਿਆ, ਇਹ ਤਾਂ ਜਾਇਜ਼ ਗੱਲ ਹੈ ਕਿ ਕਿਉਂ ਸ਼ੁਰੂ ਕਰਨਾ ਪਿਆ, ਹਰੇਕ ਦੇ ਦਿਮਾਗ ਦੇ ਵਿੱਚ ਜਾਂਦੀ ਹੈ। ਕਿਉਂਕਿ ਪਹਿਲਾਂ ਤੋਂ ਜਦੋਂ ਟਰਾਲੀ ਟਾਈਮ ਚੱਲ ਰਿਹਾ ਸੀ, ਕਿਸਾਨ ਟਰਾਲੀ ਟਾਈਮ ਕਿਉਂ ਸ਼ੁਰੂ ਕਰਨਾ ਪਿਆ, ਉਹਦੇ ਨਾਲ ਰਲ ਕੇ ਕਿਉਂ ਨਹੀਂ ਕੀਤਾ ਜਾ ਸਕਿਆ। ਵੇਖੋ ਵਿੱਚ ਜਦੋਂ ਉਹਨਾਂ ਨੇ ਸੁਲਝਾਉਣ ਦੇ ਜਿਹੜੇ ਰਾਹ ਬੰਦ ਕਰ ਦਿੱਤੇ ਕਿ ਉਹਨਾਂ ਨੇ ਮੈਨੂੰ ਉਸ ਗਰੁੱਪ ਦੇ ਵਿੱਚੋਂ ਵੀ ਰਿਮੂਵ ਕਰ ਦਿੱਤਾ, ਮੈਨੂੰ ਕੋਈ ਇਤਰਾਜ਼ ਨਹੀਂ ਹੈ, ਕਿਉਂਕਿ ਵੇਖੋ ਉੱਥੇ ਬਹੁਤ ਗਿਣਤੀ ਉਹਨਾਂ ਦੀ ਹੈ, ਉਹਨਾਂ ਦੇ ਵਿੱਚ ਪੰਥਕ ਮੈਂ ਹੀ ਸੀਗਾ। ਕਿ ਤੋਂ ਇਹ ਅਖਬਾਰ ਆਪਾਂ ਦੇਖ ਸਕਦੇ ਹਾਂ ਕਿ ਇਕੱਠਾ ਵੀ ਹੋ ਸਕਦਾ ਹੈ, ਟਰਾਲੀ ਟਾਈਮਸ ਤੇ ਕਿਸਾਨ ਟਰਾਲੀ ਟਾਈਮਸ ਇੱਕ ਜਗ੍ਹਾ ਤੇ ਜੇ ਉਹ ਚਾਹੁਣ ਤਾਂ ਤੇ ਇਕੱਠਾ ਹੋ ਸਕਦਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ GT ਰੋਡ FM ਦੇਖ ਰਹੇ ਹੋ ਤੇ ਮੈਂ ਹਾਂ ਵਰਿੰਦਰ ਔਲਖ। ਦੋਸਤੋ, ਪੰਜਾਬ ਤੋਂ ਸ਼ੁਰੂ ਹੋਇਆ ਅੰਦੋਲਨ ਹੁਣ ਪੂਰੇ ਦੇਸ਼ ਦਾ ਅੰਦੋਲਨ ਬਣ ਚੁੱਕਿਆ ਹੈ। ਇਸ ਅੰਦੋਲਨ ਦੇ ਵਿੱਚ ਇੱਕ ਅਖਬਾਰ ਦੀ ਸ਼ੁਰੂਆਤ ਹੁੰਦੀ ਹੈ ਜਿਸ ਦਾ ਨਾਮ ਹੈ ਟਰਾਲੀ ਟਾਈਮਜ਼। ਉਸ ਅਖਬਾਰ ਦੇ ਵਿੱਚ ਇੱਕ ਸੰਪਾਦਕੀ ਸੀ ਸੁਖਪ੍ਰੀਤ ਉਦੋਕੇ ਜੀ ਦੀ, ਜਿਸ ਦੇ ਉੱਪਰ ਵਿਵਾਦ ਹੁੰਦਾ ਹੈ, ਜਿਸ ਤੋਂ ਬਾਅਦ ਸੁਖਪ੍ਰੀਤ ਉਦੋਕੇ ਜੀ ਇਸ ਅਖਬਾਰ ਤੋਂ ਆਪਣੇ ਆਪ ਨੂੰ ਲਾਂਭੇ ਕਰ ਲੈਂਦੇ ਆ। ਇਸ ਅਖਬਾਰ ਤੋਂ ਉਹਨਾਂ ਨੇ ਕਿਉਂ ਲਾਂਭੇ ਕੀਤਾ ਆਪਣੇ ਆਪ ਨੂੰ, ਤੇ ਉਸ ਤੋਂ ਬਾਅਦ ਇੱਕ ਨਵੇਂ ਅਖਬਾਰ ਦੀ ਸ਼ੁਰੂਆਤ ਹੁੰਦੀ ਹੈ ਜਿਸ ਦਾ ਨਾਮ ਹੈ ਜੰਗ ਹਿੰਦ ਪੰਜਾਬ। ਉਹ ਇਸ ਸਾਰੇ ਘਟਨਾਕ੍ਰਮ ਦੇ ਪਿੱਛੇ ਕੀ ਕਾਰਨ ਸਨ, ਕਿਉਂ ਉਹਨਾਂ ਨੇ ਲਾਂਭੇ ਕੀਤਾ, ਕਿਉਂ ਇਸ ਸੰਪਾਦਕੀ ਦੇ ਉੱਪਰ ਵਿਵਾਦ ਬਣਿਆ ਹੈ, ਸਾਰੀਆਂ ਗੱਲਾਂ ਬਾਤਾਂ ਅੱਜ ਆਪਾਂ ਸੁਖਪ੍ਰੀਤ ਉਦੋਕੇ ਜੀ ਨਾਲ ਕਰਾਂਗੇ। ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ। ਮਿਹਰਬਾਨੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਾਰਨ ਬਣਿਆ ਕਿ ਤੁਸੀਂ ਇਸ ਅਖਬਾਰ ਨਾਲੋਂ ਆਪਣੇ ਆਪ ਨੂੰ ਲਾਂਭੇ ਕਰ ਲਿਆ ਜੀ? ਵੇਖੋ ਵਰਿੰਦਰ, ਇਸ ਤਰ੍ਹਾਂ ਸੀਗਾ ਕਿ ਜਦੋਂ ਅਸੀਂ ਇਸ ਸਾਰੇ ਸੰਘਰਸ਼ ਨੂੰ, ਕਿਉਂਕਿ ਅਸੀਂ ਪਹਿਲੇ ਦਿਨ ਤੋਂ ਇੱਥੇ ਹਾਂ 26 ਤਰੀਕ ਤੋਂ, ਅਤੇ ਜਦੋਂ ਅਸੀਂ ਸਾਰੇ ਸੰਘਰਸ਼ ਨੂੰ ਵੇਖ ਰਹੇ ਸੀਗੇ ਤੇ ਉਹਦੇ 'ਚ ਸਾਨੂੰ ਇਹ ਸੀਗਾ ਕਿ ਸੰਘਰਸ਼ ਦੀ ਜਿਹੜੀ ਬਾਹਰ ਜਾਣਕਾਰੀ ਆ, ਉਹ ਇੱਕ ਤਾਂ ਤੁਹਾਡੇ ਵਰਗੇ ਜਿਹਨੂੰ ਅਸੀਂ ਕਹਿੰਦੇ ਲੋਕ ਪੱਖੀ ਚੈਨਲ ਸੀ ਜੀ, ਕਿ ਲੋਕ ਪੱਖੀ ਚੈਨਲਾਂ ਦੇ ਰਾਹੀਂ ਲੋਕਾਂ ਤੱਕ ਇਹ ਸਾਰੀ ਜਾਣਕਾਰੀ ਕਿਵੇਂ ਪ੍ਰਵਾਹਿਤ ਹੋ ਰਹੀ ਹੈ। ਦੂਸਰਾ ਜਿਹਨੂੰ ਅਸੀਂ ਮੋਢੀ ਮੀਡੀਆ ਕਹਿ ਦਿੰਦੇ ਹਾਂ ਜਾਂ ਗੋਦੀ ਮੀਡੀਆ ਕਹਿ ਦਿੰਦੇ ਹਾਂ, ਦੂਜਾ ਉਹ ਮੀਡੀਆ ਸੀ
ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਗੱਲ ਲੋਕਾਂ ਦੇ ਵਿੱਚ ਪ੍ਰਸਾਰਿਤ ਕਰਨ ਦੇ ਵਾਸਤੇ ਯਤਨਸ਼ੀਲ ਸੀ ਕਿ ਇਹ ਜਿਹੜਾ ਅੰਦੋਲਨ ਹੈ ਇਹਦੇ ਪਿੱਛੇ ਪਾਕਿਸਤਾਨ ਗੌਰਮੈਂਟ ਹੈ, ਇਹਦੇ ਪਿੱਛੇ ਖਾਲਿਸਤਾਨੀ ਲੋਕ ਨੇ, ਇਹਦੇ ਪਿੱਛੇ ISI ਦਾ ਹੱਥ ਹੋ ਸਕਦਾ ਹੈ। ਈਵਨ ਇੱਥੋਂ ਤੱਕ ਕਿ ਇਹਦੇ ਪਿੱਛੇ ਲੈਫਟਿਸਟ ਵਰਡ ਦੇ ਵਿੱਚੋਂ ਮਾਓਵਾਦੀ ਜਾਂ ਦੂਜੀਆਂ ਤੀਜੀਆਂ ਜਿਹੜੀਆਂ ਦੇਸ਼ ਨੂੰ ਤੋੜਨ ਵਾਲੀਆਂ ਧਿਰਾਂ ਨੇ ਉਹ ਸ਼ਾਮਲ ਹੋ ਸਕਦੀਆਂ ਨੇ। ਸੋ ਉਹਦੇ ਮੱਦੇ ਨਜ਼ਰ ਜਿਹੜੀ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਅਸੀਂ ਇੱਥੇ ਮਹਿਸੂਸ ਕੀਤੀ ਕਿ ਜਿਹੜੇ ਲੋਕ ਆਮ ਟਰਾਲੀਆਂ ਦੇ ਵਿੱਚ ਬੈਠੇ ਹੁੰਦੇ ਨੇ, ਆਮ ਲੋਕ ਜਿਹੜੇ ਇਸ ਸੰਘਰਸ਼ ਨਾਲ ਜੁੜੇ ਨੇ, ਇਹ ਜਿਹੜੇ ਗੋਦੀ ਮੀਡੀਆ ਦੇ ਨਾਲ ਸੰਬੰਧਿਤ ਜਿਹੜੇ ਨੁਮਾਇੰਦੇ ਸੀ ਜਾਂ ਜਿਹੜੇ ਉਹਨਾਂ ਦੇ ਕਾਰਪੋਰੇਟ ਸੀਗੇ, ਤਾਂ ਉਹ ਉਹਨਾਂ ਲੋਕਾਂ ਨੂੰ ਸਵਾਲ ਕਰਦੇ ਸੀ ਕੀ ਤੁਸੀਂ ਇਹਨਾਂ ਬਿੱਲਾਂ ਦੇ ਬਾਰੇ ਜਾਣਦੇ ਹੋ। ਤਾਂ ਅਕਸਰ ਹੁਣ ਸਾਰਿਆਂ ਨੂੰ ਪਤਾ ਹੈ ਕਿ ਕਈ ਵਾਰੀ ਮਨੁੱਖ ਸੰਘਰਸ਼ ਦੇ ਨਾਲ ਤਾਂ ਜੁੜਿਆ ਹੁੰਦਾ ਹੈ, ਪਰ ਸੰਘਰਸ਼ ਕਿਸ ਕਾਰਨ ਦੇ ਉੱਪਰ ਮੁਨੱਸਰ ਹੈ ਉਹ ਆਗੂ ਪ੍ਰਣਾਲੀ ਜ਼ਿਆਦਾ ਜਾਣਦੀ ਹੁੰਦੀ ਹੈ। ਸੋ ਉਹਦੇ ਵਿੱਚ ਇੰਟਰਸਟੇਟ ਟ੍ਰੇਡ ਦੀਆਂ ਜਿਹੜੀਆਂ ਗੱਲਾਂ ਸੀ, ਐਸੈਂਸ਼ੀਅਲ ਕਮੋਡਿਟੀ ਐਕਟ ਦੀਆਂ ਜਿਹੜੀਆਂ ਗੱਲਾਂ ਸੀ, ਜਾਂ ਫਿਰ ਜਿਹੜੀਆਂ ਐਗਰੀਕਲਚਰ ਐਗਰੀਮੈਂਟ ਦੇ ਵਿੱਚ ਜਿਹੜੀਆਂ ਗੱਲਾਂ ਸੀਗੀਆਂ, ਉਹ ਸਾਰੀਆਂ ਗੱਲਾਂ ਆਮ ਬੰਦੇ ਨੂੰ ਨਹੀਂ ਪਤਾ ਹੁੰਦਾ। ਤੇ ਉਹ ਜਦੋਂ ਉਹ ਬੰਦਾ ਜਵਾਬ ਨਹੀਂ ਸੀ ਦੇ ਪਾਉਂਦਾ ਤਾਂ ਫਿਰ ਇੱਕਦਮ ਉਹ ਮੀਡੀਆ 'ਚ ਇੱਕ ਗੱਲ ਲੈ ਕੇ ਆਉਂਦੇ ਸੀ, ਵੇਖੋ ਜੀ ਇਹਨਾਂ ਲੋਕਾਂ ਨੂੰ ਤਾਂ ਬਿੱਲਾਂ ਤੋਂ ਕੋਈ ਤਕਲੀਫ ਨਹੀਂ ਆ, ਇਹ ਲੋਕ ਤਾਂ ਬਿੱਲਾਂ ਬਾਰੇ ਜਾਂ ਕਾਨੂੰਨ ਦੇ ਬਾਰੇ ਜਾਣਦੇ ਵੀ ਨਹੀਂ ਆ, ਇਹਨਾਂ ਲੋਕਾਂ ਨੂੰ ਭੜਕਾ ਕੇ ਲਿਆਂਦਾ ਗਿਆ, ਸਰਕਾਰ ਦੇ ਖਿਲਾਫ ਜਿਹੜੀਆਂ ਏਜੰਸੀਆਂ ਨੇ ਉਹ ਭੜਕਾ ਰਹੀਆਂ ਨੇ। ਇੱਕ ਤਾਂ ਇਹ ਗੱਲ ਸੀ। ਦੂਸਰੀ ਜਿਹੜੀ ਸਭ ਤੋਂ ਵੱਡੀ ਗੱਲ ਉਹ ਅਹਿਮ ਇਹ ਸੀਗੀ ਕਿ ਮੰਚ ਦੇ ਉੱਪਰ, ਸਟੇਜ ਦੇ ਉੱਪਰ ਜਿਹੜੀਆਂ ਕਿਸਾਨ ਜਥੇਬੰਦੀਆਂ ਆਪਣੇ ਪ੍ਰੋਗਰਾਮ ਦਿੰਦੀਆਂ ਸੀ, ਉਹ ਦੂਰ ਤੱਕ ਜਿਹੜੀਆਂ ਟਰਾਲੀਆਂ ਸੀ ਉਹਨਾਂ ਤੱਕ ਨਹੀਂ ਪਹੁੰਚ ਰਹੇ ਸੀ। ਸੋ ਅਸੀਂ ਸੀਗੇ ਕੁਝ ਮੇਰੇ ਹੋਰ ਵੀ ਦੋਸਤ ਜਿਨ੍ਹਾਂ 'ਚ ਜ਼ਿਆਦਾ ਲੈਫਟਿਸਟ ਸੀਗੇ, ਜਿਨ੍ਹਾਂ ਨੂੰ ਮੈਂ ਇੱਥੇ ਆ ਕੇ ਮਿਲਿਆ, ਮੇਰੀ ਕੋਈ ਪੁਰਾਣੀ ਸਾਂਝ ਨਹੀਂ ਸੀ। ਅਸੀਂ ਸੋਚਿਆ ਕਿਉਂ ਨਾ ਕੋਈ ਐਵੇਂ ਦਾ ਇੱਕ ਪੱਤਰ ਜਿਹੜਾ ਹੈ ਉਹ ਸ਼ੁਰੂ ਕੀਤਾ ਜਾਵੇ ਕਿ ਆਮ ਲੋਕਾਂ ਤੱਕ, ਲੋਕਾਂ ਦੀ ਬੋਲੀ ਦੇ ਵਿੱਚ ਇਹਨਾਂ ਕਾਨੂੰਨਾਂ ਦੇ ਨੁਕਸਾਨ ਤੇ ਇਸ ਅੰਦੋਲਨ ਦੀ ਜਿਹੜੀ ਚੜ੍ਹਦੀ ਕਲਾ ਹੈ ਕਿ ਜਿਹੜੀਆਂ ਹਾਇਰ ਸਪਿਰਿਟਸ ਨੇ ਉਹ ਲੋਕਾਂ ਤੱਕ ਪਹੁੰਚਣ। ਇੱਕ ਤਾਂ ਲੋਕਾਂ ਨੂੰ ਪੜ੍ਹਨ ਦੇ ਵਾਸਤੇ ਕੁਝ ਮਟੀਰੀਅਲ ਮਿਲ ਜਾਵੇ, ਲੋਕਾਂ ਨੂੰ ਇੰਝ ਲੱਗੇ ਕਿ ਨਹੀਂ ਜੇ ਅਸੀਂ ਘਰਾਂ ਤੋਂ ਪਰਿਵਾਰਾਂ ਤੋਂ ਦੂਰ ਬੈਠੇ ਹਾਂ ਤੇ ਇੱਕ ਅਖਬਾਰ ਸਾਡੀ ਨੁਮਾਇੰਦਗੀ ਕਰ ਰਿਹਾ। ਤੇ ਦੂਜੀ ਗੱਲ, ਲੋਕਾਂ ਨੂੰ ਸਾਰੇ ਇਹਨਾਂ ਬਿੱਲਾਂ ਦੇ ਬਾਰੇ ਸੌਖੀ ਭਾਸ਼ਾ 'ਚ ਪਤਾ ਲੱਗ ਸਕੇ, ਕਾਨੂੰਨਾਂ ਦੇ ਬਾਰੇ। ਸੋ ਜਿਹੜੀ ਮੈਂ ਸੰਪਾਦਕੀ ਲਿਖੀ, ਉਸ ਸੰਪਾਦਕੀ ਦੇ ਉੱਪਰ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਇਆ, ਪਰ ਜਿਹੜਾ ਲੈਫਟਿਸਟ ਵਰਡ ਸੀਗਾ ਉਹਦੇ ਵਿੱਚੋਂ ਇੱਕ ਬੜੀ ਵੱਡੀ ਆਵਾਜ਼ ਉੱਠੀ ਕਿ ਸਾਨੂੰ ਸੰਪਾਦਕੀ ਦੇ ਉੱਪਰ ਕੋਈ ਕਿੰਤੂ ਨਹੀਂ ਹੈ, ਪਰ ਇਹਦਾ ਜਿਹੜਾ ਸੰਪਾਦਕ ਹੈ ਉਹ ਸਿੱਖੀ ਵਿਚਾਰਧਾਰਾ ਨਾਲ ਜੁੜਿਆ ਹੋਇਆ। ਜਿੰਨੀਆਂ ਵੀ ਜਿਨ੍ਹਾਂ ਨੇ ਮੈਨੂੰ ਉਹਦੇ 'ਚੋਂ ਲਾਂਭੇ ਕੀਤਾ, ਜੇਕਰ ਤੁਸੀਂ ਉਹਨਾਂ ਸਾਰੇ ਲੋਕਾਂ ਦੇ ਅਖਬਾਰਾਂ 'ਚ ਆਏ ਬਿਆਨ ਜਾਂ ਫਿਰ ਮੀਡੀਆ ਨੂੰ ਦਿੱਤੀਆਂ ਇੰਟਰਵਿਊ ਜਾਂ ਉਹਨਾਂ ਦੀ ਜਿਹੜੀ ਵਿਚਾਰਧਾਰਾ ਹੈ ਉਹਨੂੰ ਸਾਰੀ ਨੂੰ ਜਦੋਂ ਤੁਸੀਂ ਐਨਾਲਾਈਜ਼ ਕਰੋਗੇ ਤਾਂ ਇੱਕੋ ਗੱਲ ਆ ਰਹੀ ਹੈ ਕਿ ਸੰਪਾਦਕੀ ਦੇ ਨਾਲ ਸਾਨੂੰ ਕੋਈ ਸਮੱਸਿਆ ਨਹੀਂ, ਸੰਪਾਦਕ ਦੇ ਨਾਲ ਸਮੱਸਿਆ। ਹੁਣ ਕੁਦਰਤੀ ਹੈ ਕਿ ਜਿਹੜਾ ਸੰਪਾਦਕ ਹੁੰਦਾ ਆ ਜਾ ਕੇ ਅਖਬਾਰ ਦੇ ਵਿੱਚ ਉਹਦਾ ਇੱਕ ਅਹਿਮ ਰੋਲ ਹੁੰਦਾ ਹੈ ਕਿਸੇ ਵੀ ਪੱਤਰ ਦੇ ਵਿੱਚ। ਤਾਂ ਫਿਰ ਜਦੋਂ ਮੈਨੂੰ ਇੰਝ ਲੱਗਿਆ ਕਿ ਮੇਰੇ ਸਿੱਖ ਹੋਣ ਤੋਂ, ਸਿੱਖੀ ਵਿਚਾਰਧਾਰਾ ਤੋਂ, ਪੰਥਕ ਪਰੰਪਰਾਵਾਂ ਤੋਂ, ਮਤਲਬ ਕਿ ਹਾਲਾਂਕਿ ਤੁਸੀਂ ਵੇਖੋ ਕਿ ਉਹਦੇ ਵਿੱਚ 9-10 ਬੰਦੇ ਬਿਲਕੁਲ ਖੱਬੇ ਪੱਖੀ ਨੇ, ਲੈਫਟਿਸਟ ਨੇ, ਮੈਂ ਉਹਦੇ ਬਾਵਜੂਦ ਵੀ ਆਪਣੀਆਂ ਪਰੰਪਰਾਵਾਂ ਦੀ ਜਾਂ ਆਪਣੀ ਜਥੇਬੰਦਕ ਰੂਪ 'ਚ ਜਿਹੜੀ ਧਾਰਮਿਕ ਸੋਰ ਹੈ ਉਹਨੂੰ ਨਜ਼ਰ ਅੰਦਾਜ਼ ਕਰਕੇ ਫਿਰ ਵੀ ਮੇਰੀ ਕੋਸ਼ਿਸ਼ ਹੈ ਕਿ ਇਕੱਠੇ ਚੱਲਿਆ ਜਾਵੇ। ਪਰ ਉਹਨਾਂ ਨੂੰ ਇੱਕ ਨਾ ਨਰਿੰਦਰ ਮੋਦੀ ਦਾ ਬਿਆਨ ਆਇਆ, ਅਲੀਗੜ੍ਹ ਯੂਨੀਵਰਸਿਟੀ ਦਾ ਉਹਨਾਂ ਨੇ ਉਦਘਾਟਨ ਕੀਤਾ। ਉਹ ਕਹਿੰਦੇ ਵੀ ਕੌਮੀ ਟੀਚਿਆਂ ਦੇ ਵਾਸਤੇ ਤੇ ਵਿਚਾਰਧਾਰਕ ਵਖਰੇਵਿਆਂ ਨੂੰ ਵੀ ਪਾਸੇ ਰੱਖ ਦੇਣਾ ਚਾਹੀਦਾ। ਨਰਿੰਦਰ ਮੋਦੀ ਦਾ ਵੀ ਇਹ ਬਿਆਨ ਆ, ਹਾਲਾਂਕਿ ਨਰਿੰਦਰ ਮੋਦੀ ਦੇ ਖਿਲਾਫ ਆਪਾਂ ਬੈਠੇ ਹਾਂ ਜੀ। ਹਾਂ ਬਿਲਕੁਲ, ਇਹਦੇ ਵਿੱਚ ਵੀ ਸਾਨੂੰ ਇਹ ਸੀਗਾ ਕਿ ਕਿਸਾਨ ਅੰਦੋਲਨ, ਇਹਦੇ ਮਿੱਥੇ ਹੋਏ ਟੀਚੇ ਤੇ ਸਰਕਾਰ ਨੂੰ ਝੁਕਾਉਣਾ, ਕਿਉਂਕਿ ਸਾਨੂੰ ਇਸ ਸੰਘਰਸ਼ ਦੇ ਵਿੱਚੋਂ ਜਿਹੜੀ ਅਹਿਮ ਗੱਲ ਲੱਗ ਰਹੀ ਹੈ ਨਾ ਕਿ ਜਿੰਨੀ ਲੋਕਾਂ ਦੀ ਚੇਤਨਤਾ ਸੰਗਠਿਤ ਰੂਪ ਦੇ ਵਿੱਚ, ਸਮੂਹਿਤ ਰੂਪ ਦੇ ਵਿੱਚ ਜਾਗੀ ਹੋਈ ਹੈ, ਜੇ ਅਸੀਂ ਅੱਜ ਦੇ ਸਮੇਂ ਦੇ ਵਿੱਚ ਸਰਕਾਰ ਨੂੰ ਝੁਕਾ ਨਹੀਂ ਪਾਉਂਦੇ ਤਾਂ ਇਹ ਚੇਤਨਤਾ ਫਿਰ ਸਦੀਆਂ ਬਾਅਦ ਇਸ ਤਰ੍ਹਾਂ ਇਕੱਠੀ ਹੁੰਦੀ ਹੈ। ਸਰਕਾਰ ਦੇ ਵਾਸਤੇ ਵੀ ਵਕਾਰ ਦੀ ਗੱਲ ਹੈ ਕਿ ਜੇਕਰ ਸਰਕਾਰ ਝੁਕ ਜਾਂਦੀ ਹੈ ਤੇ ਫਿਰ ਜਿਹੜੀ ਉਹਨਾਂ ਲੋਕਾਂ ਦੇ ਵਿੱਚ ਮੋਦੀ ਦੀ ਜਿਹੜੀ ਆਇਰਨ ਮੈਨਸ਼ਿਪ ਜਿਹੜੀ ਖੜੀ ਕੀਤੀ ਹੈ ਨਾ, ਲੋਹ ਪੁਰਸ਼ ਹੈ, ਅਡਿੱਗ ਹੈ, ਅਟੱਲ ਹੈ, ਜਿਹੜੀ ਗੱਲ ਕਰ ਲੈਂਦਾ ਉਹਦੇ ਤੋਂ ਪਿੱਛੇ ਨਹੀਂ ਹਟਦਾ, ਸੋ ਉਹਨਾਂ ਨੂੰ ਲੱਗਦਾ ਕਿ ਇਹ ਵੀ ਸਾਡਾ ਜਿਹੜਾ ਅਕਸੋ ਖੁਰ ਜਾਵੇਗਾ। ਸੋ ਇਹ ਬੜੀ ਅਹਿਮ ਗੱਲ ਸੀ ਕਿ ਇਹ ਦੋਵਾਂ ਤਰ੍ਹਾਂ ਦਾ ਜਦੋਂ ਵਕਾਰ ਦਾ ਤੇ ਲੱਗਾ ਸੀ ਤੇ ਉਹਦੇ ਵਿੱਚ ਮੇਰਾ ਨਿਸ਼ਾਨਾ ਸੀਗਾ ਕਿ ਮੈਂ ਸਾਂਝ ਬਣਾ ਕੇ ਚੱਲਣਾ, ਕਿਉਂਕਿ ਸਾਡਾ ਨਿਸ਼ਾਨਾ ਜਿਹੜਾ ਉਹ ਕੇਂਦਰ ਦੀ ਸਰਕਾਰ ਹੈ ਤੇ ਸਾਡਾ ਜਿਹੜਾ ਪੱਖ ਹੈ ਉਹ ਕਿਸਾਨੀ ਅੰਦੋਲਨ ਹੈ, ਵੀ ਅਸੀਂ ਮਿਲ ਕੇ ਚੱਲਣਾ। ਸੋ ਉਹਨਾਂ ਨੂੰ ਨਹੀਂ ਸੀ ਮਨਜ਼ੂਰ, ਤਾਂ ਮੈਨੂੰ ਇਸ ਚੀਜ਼ 'ਤੇ ਕੋਈ ਇਤਰਾਜ਼ ਵੀ ਨਹੀਂ ਹੈ, ਪਰ ਮੈਨੂੰ ਇੰਝ ਲੱਗਾ ਕਿ ਸੱਚਮੁੱਚ ਇਹ ਲੋਕ ਅੰਦੋਲਨ ਨੂੰ ਇੰਨੇ ਸਮਰਪਿਤ ਨਹੀਂ ਹੈ ਜਿੰਨਾ ਕਿ ਆਪਣੀਆਂ ਵਿਚਾਰਧਾਰਾਵਾਂ ਨੂੰ ਜਿਹੜੇ ਨੇ ਉਹ ਸਮਰਪਿਤ ਨੇ। ਇੱਕ ਖਾਸ ਵਿਚਾਰਧਾਰਾ ਨੂੰ ਪ੍ਰਚਾਰਿਆ ਜਾ ਰਿਹਾ, ਤੁਸੀਂ ਆਪਣੀ ਫੇਸਬੁੱਕ ਵਾਲ ਤੇ ਵੀ ਲਿਖਿਆ ਹੈ ਕਿ ਇਸ ਅੰਦੋਲਨ ਦੇ ਜ਼ਰੀਏ ਇੱਕ ਖਾਸ ਵਿਚਾਰਧਾਰਾ ਨੂੰ ਪ੍ਰਚਾਰਿਆ ਜਾ ਰਿਹਾ ਹੈ। ਹੁਣ ਫਿਰ ਤੁਸੀਂ ਇੱਕ ਨਵੇਂ ਅਖਬਾਰ ਦੀ ਸ਼ੁਰੂਆਤ ਕੀਤੀ ਹੈ, ਉਸ ਦੇ ਬਾਰੇ ਵੀ ਦੱਸੋ ਜੀ।
ਵੇਖੋ ਵੀਰ ਜੀ, ਪਹਿਲੀ ਗੱਲ ਤੇ ਕਿ ਜਦੋਂ ਮੈਂ ਖਾਸ ਵਿਚਾਰਧਾਰਾ ਦੀ ਗੱਲ ਕੀਤੀ ਸੀ ਨਾ, ਪ੍ਰਚਾਰਿਆ ਜਾ ਰਿਹਾ, ਤੇ ਮੈਂ ਉਹਦੇ ਵਿੱਚ ਇੱਕ ਗੱਲ ਕਹੀ ਸੀ, ਕਿਉਂਕਿ ਜਦੋਂ ਅਸੀਂ ਪਹਿਲੇ ਦਿਨ ਗੁਰਨਾਮ ਸਿੰਘ ਹੁਣਾਂ ਨੂੰ ਮਿਲੇ ਤੇ ਸਾਨੂੰ ਲੱਗਾ ਕਿ ਕਿਸਾਨ ਜਥੇਬੰਦੀਆਂ ਦੇ ਵਿੱਚ ਵੀ ਇਹ ਗੱਲ ਤਾਂ ਸਾਰੇ ਮਹਿਸੂਸ ਕਰਦੇ ਨੇ ਕਿ ਆਹ ਜਿਹੜਾ ਸਾਰਾ ਸੰਘਰਸ਼ ਹੈ ਨਾ, ਗੁਰਮਤਿ ਵਿਚਾਰਧਾਰਾ ਇਹਦੀ ਰੂਹ ਹੈ। ਉਸ ਰੂਹ ਨੂੰ ਤੁਸੀਂ ਲਾਂਭੇ ਕਰ ਲਓ ਤਾਂ ਇਹ ਜਿਹੜਾ ਅੰਦੋਲਨ ਹੈ ਨਾ, ਇਹਦਾ ਸਰੀਰਕ ਖੋਖਲਾ ਜਿਹਾ ਰਹਿ ਜਾਵੇਗਾ। ਹੁਣ ਤੁਸੀਂ ਵੇਖੋ, ਇੱਥੇ ਲੰਗਰ ਚੱਲ ਰਹੇ ਨੇ, ਉਹ ਗੁਰਮਤਿ ਦੀ ਪਰੰਪਰਾ ਹੈ। ਇੱਥੇ ਵੰਡ ਕੇ ਛਕਣ ਦੀ ਗੱਲ, ਉਹ ਗੁਰਮਤਿ ਦੀ ਪਰੰਪਰਾ ਹੈ। ਜਿੰਨੀਆਂ ਪੰਥਕ ਜਥੇਬੰਦੀਆਂ ਨੇ, ਬ੍ਰਿਟਿਸ਼ ਸਿੱਖ ਕੌਂਸਲ, ਖਾਲਸਾ ਏਡ, ਯੂਨਾਈਟਿਡ ਸਿੱਖਸ, ਦਲ ਖਾਲਸਾ, ਪੰਚ ਪ੍ਰਧਾਨੀ ਅਕਾਲੀ ਦਲ, ਇੱਥੋਂ ਤੱਕ ਕਿ ਭਾਵੇਂ ਸਾਡੀ ਵਿਰੋਧਤਾ ਵੀ ਹੋਵੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਮੈਨੇਜ ਕਮੇਟੀ, ਉਸ ਤੋਂ ਬਾਅਦ ਪੰਥਕ ਸੇਵਾ ਦਲ, ਪੰਥਕ ਨੁਮਾਇੰਦੇ, ਵੀ ਸਾਰੇ ਇਹਦੇ 'ਚ ਸ਼ਮੂਲੀਅਤ ਕਰ ਰਹੇ ਨੇ, ਪਰ ਉਹ ਆਗੂ ਪ੍ਰਣਾਲੀ ਕਿਸਾਨ ਜਥੇਬੰਦੀਆਂ ਨੂੰ ਹੀ ਸਵੀਕਾਰ ਰਹੇ ਨੇ। ਸੋ ਉਹ ਗੱਲ ਮੈਂ ਲਿਖੀ ਸੀ ਕਿ ਇੱਕ ਖਾਸ ਵਿਚਾਰਧਾਰਾ ਦੇ ਵਾਸਤੇ ਅੰਦੋਲਨ ਦੀ ਬਲੀ ਨਾ ਦਿਓ। ਖੈਰ, ਜਿਹੜਾ ਸ਼ੁਰੂ ਕੀਤਾ ਗਿਆ, ਐਕਚੁਅਲੀ ਉਹ ਮੈਂ ਸ਼ੁਰੂ ਨਹੀਂ ਕੀਤਾ। ਪਹਿਰੇਦਾਰ ਅਖਬਾਰ ਦੇ ਵੱਲੋਂ ਪਹਿਲੇ ਦਿਨ ਤੋਂ ਹੀ ਇਹ ਜਿਹੜੇ ਪਹਿਰੇਦਾਰ ਦੇ ਅੰਕ ਜਿਸ ਦਿਨ ਤੋਂ 26 ਤਰੀਕ ਨੂੰ ਅਸੀਂ ਦਿੱਲੀ ਆ ਕੇ ਬੈਠ ਗਏ ਹਾਂ, ਤੇ ਸਰਦਾਰ ਜਸਪਾਲ ਸਿੰਘ ਹੇਰਾ ਹੁਣਾਂ ਨੇ ਇਹਦਾ ਨਾਮ ਜੰਗ ਹਿੰਦ ਪੰਜਾਬ ਦਾ ਦਿਨ ਪਹਿਲਾ, ਦਿਨ ਦੂਜਾ ਕਰਕੇ ਆਲਰੇਡੀ ਹੀ ਇਸ ਅਖਬਾਰ ਦੇ ਅੰਕਾਂ ਨੂੰ ਇਸ ਅੰਦੋਲਨ ਨੂੰ ਸਮਰਪਿਤ ਕਰ ਦਿੱਤਾ ਸੀ। ਪਰ ਟਰਾਲੀ ਟਾਈਮ ਦੇ ਨਾਮ ਦੇ ਕਰਕੇ ਸਾਡੇ ਕੋਲ ਬਹੁਤ ਸਾਰਾ ਮੈਟਰ ਜਿਹੜਾ ਸੀ ਜਾਂ ਲੇਖ ਜਿਹੜੇ ਸੀ ਉਹ ਮੇਰੇ ਕੋਲ ਈਮੇਲ ਦੇ ਉੱਪਰ ਪਹੁੰਚਣੇ ਸ਼ੁਰੂ ਹੋ ਗਏ। ਤਾਂ ਫਿਰ ਸਾਨੂੰ ਸੀਗਾ ਕਿ ਅਸੀਂ ਪਹਿਰੇਦਾਰ ਵਾਲੇ ਜਿਹੜੇ ਸੀਗੇ ਜਸਪਾਲ ਸਿੰਘ ਹੇਰਾ, ਉਹਨਾਂ ਨਾਲ ਗੱਲ ਕੀਤੀ ਕਿ ਸਾਨੂੰ ਤੁਸੀਂ 4 ਪੇਜ ਵਿੱਚੋਂ ਦੇ ਦਿਓ ਜਾਂ 2 ਪੇਜ ਦੇ ਦਿਓ ਕਿ ਅਸੀਂ ਇਸ ਨਾਮ ਨੂੰ ਜਾਰੀ ਰੱਖ ਸਕੀਏ। ਫਿਰ ਅਸੀਂ ਜੰਗ ਹਿੰਦ ਪੰਜਾਬ ਦਾ ਨਾਂ ਦਿੱਤਾ। ਪਰ ਅੱਜ ਫਿਰ ਨਾਂ ਜਿਹੜਾ ਕਿਸਾਨ ਟਰਾਲੀ ਟਾਈਮ ਇਸ ਕਰਕੇ ਕਰਨਾ ਪਿਆ, ਰਾਜਸਥਾਨ ਵਾਲੇ ਵੀਰ ਜੀ ਨੇ ਜਿਹੜੇ ਸਾਡੇ ਬੜੇ ਪਿਆਰੇ ਨੇ, ਉਹ ਜੁੜੇ ਹੋਏ ਨੇ ਇਸ ਸੰਘਰਸ਼ ਦੇ ਨਾਲ, ਹਰਿਆਣੇ ਵਾਲੇ ਜੁੜੇ ਹੋਏ ਨੇ, ਕਹਿੰਦੇ ਯਾਰ ਤੁਸੀਂ ਇਕੱਲੇ ਪੰਜਾਬ ਦੀ ਗੱਲ ਕਰ ਰਹੇ ਹੋ, ਅਸੀਂ ਵੀ ਤਾਂ ਤੁਹਾਡਾ ਹਿੱਸਾ ਹੈ ਨਾ। ਮੈਂ ਸਮਝਾਉਣ ਦੀ ਤਾਂ ਕੋਸ਼ਿਸ਼ ਕੀਤੀ, ਮੈਂ ਕਿਹਾ ਨਹੀਂ ਜੀ, ਅਸੀਂ ਮਾਂ ਪੰਜਾਬ ਦੀ ਗੱਲ ਕਰ ਲੈਂਦੇ, ਅਸੀਂ ਨਾਰਦਰਨ ਸਟੇਟ ਦੇ ਅਲਾਇੰਸ ਦੀ ਗੱਲ ਕਰ ਰਹੀ ਹਾਂ। ਕਹਿੰਦੇ ਨਹੀਂ, ਤੁਸੀਂ ਜੇ ਟਰਾਲੀ ਟਾਈਮ ਉਹਨਾਂ ਦਾ ਨਾਮ ਹੈ, ਤੁਸੀਂ ਕਿਸਾਨ ਟਰਾਲੀ ਟਾਈਮ ਸ਼ੁਰੂ ਕਰ ਦਿਓ। ਫਿਰ ਅੱਜ ਜਿਹੜਾ ਪਰਚਾ ਛਪਿਆ ਉਹ ਕਿਸਾਨ ਟਰਾਲੀ ਟਾਈਮ ਦੇ ਨਾਂ ਦੇ ਹੇਠ ਛਪਿਆ। ਬਿਲਕੁਲ, ਮੈਂ ਇਸ ਨਾਮ ਵੱਲ ਹੀ ਆਉਣਾ ਸੀਗਾ ਕਿ ਇਹ ਨਾਮ ਕਿੱਥੋਂ ਆਇਆ, ਪਰ ਤੁਸੀਂ ਉਹ ਨਾਮ ਦੀ ਪਹਿਲੇ ਨਾਮ ਦੇ ਬਾਰੇ ਦੱਸਤਾ, ਇਹ ਕਿਸਾਨ ਟਰਾਲੀ ਟਾਈਮਸ। ਦੂਜੀ ਗੱਲ ਤੁਸੀਂ ਵਿਚਾਰਧਾਰਾ ਦੀ ਕੀਤੀ ਹੈ। ਇੱਥੇ ਭਾਵੇਂ ਕਿ ਖੱਬੇ ਪੱਖੀ ਜ਼ਿਆਦਾ ਹੋਣ, ਪਰ ਜਦੋਂ ਕਿਤੇ ਸਟੇਜ ਤੋਂ ਵੀ ਗੱਲ ਹੁੰਦੀ ਹੈ, ਗੱਲ ਉੱਪਰ ਕਿਸੇ ਵੀ ਵਿਚਾਰਧਾਰਾ ਦੀ ਹੋ ਰਹੀ ਹੋਵੇ, ਥੱਲਿਓਂ ਜਿਹੜੇ ਜਕਾਰੇ ਆ ਉਹ ਬੋਲੇ ਸੋਨਿਹਾਲ ਦੇ ਲੱਗਦੇ। ਬਿਲਕੁਲ, ਇਹ ਮੈਂ ਪਹਿਲੇ ਦਿਨ ਵੀ ਇਹਨਾਂ ਨੂੰ ਇਹ ਗੱਲ ਕਹੀ ਸੀ ਕਿ ਨਾਰੇ ਤੇ ਜਕਾਰੇ ਦੇ ਵਿੱਚ ਬੜਾ ਅੰਤਰ ਹੁੰਦਾ ਹੈ। ਇੱਕ ਜਥੇਬੰਦੀ ਨਾਲ ਜੁੜੇ ਹੋਏ ਖਾਸ ਕੇਡਰ ਨੂੰ ਇੱਕ ਨਾਰੇ ਦੇ ਅਧੀਨ ਤੇ ਤੁਸੀਂ ਇਕੱਠਾ ਕਰ ਸਕਦੇ ਹੋ, ਪਰ ਜਦੋਂ ਤੁਸੀਂ ਵਾਰ ਜ਼ੋਨ ਦੇ ਵਿੱਚ ਹੁੰਦੇ ਆ ਨਾ, ਜਦੋਂ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਹੁੰਦੇ ਹੋ, ਉਦੋਂ ਜਕਾਰਾ ਜਿਹੜਾ ਹੁੰਦਾ, ਜਿਹੜਾ ਵਾਰ ਕਰਾਈ ਹੁੰਦਾ ਨਾ, ਉਦੋਂ ਉਹੀ ਹੁੰਦਾ ਹੈ। ਮੈਂ ਤਾਂ ਕੱਲ ਵੀ ਇੱਕ ਗੱਲ ਲਿਖੀ ਵੀ ਸਹੀ ਤੇ ਕਹੀ ਵੀ ਸੀ ਕਿ ਤੁਸੀਂ ਪਹਿਲਾ ਬਾਰਡਰ ਦੇ ਉੱਪਰ ਜਿਹੜਾ ਬੈਰੀਕੇਡ ਤੋੜਿਆ ਗਿਆ, ਉਹਦੇ ਤੋਂ ਲੈ ਕੇ ਦਿੱਲੀ ਦਾਖਲ ਹੋਣ ਤੱਕ ਸਾਰੇ ਬੈਰੀਕੇਡ ਤੋੜਨ ਦੀਆਂ ਵੀਡੀਓ ਵੇਖ ਲਓ, ਉਹਦੇ ਵਿੱਚ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਦੀ ਵਿਚਾਰਧਾਰਾ ਹੀ ਨਜ਼ਰ ਆਵੇਗੀ। ਸੋ ਜਿਹੜੀ ਸਾਡੀ ਗੱਲ ਹੈ ਉਹਦੇ 'ਚ ਫਤਿਹ ਤੇ ਜਕਾਰੇ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ। ਔਰ ਜੰਗ ਹਿੰਦ ਪੰਜਾਬ ਤੁਸੀਂ ਨਾਮ ਰੱਖਿਆ ਸੀ, ਇਹ ਸ਼ਾਇਦ ਜੰਗਨਾਮਾ ਤੋਂ ਲਿਆ ਗਿਆ ਹੋਵੇ, ਸ਼ਾਹ ਮੁਹੰਮਦ ਇਹ ਵੀ ਇਸ ਕਰਕੇ ਸੀ ਕਿ ਜਦੋਂ ਸ਼ਾਹ ਮੁਹੰਮਦ ਨੇ ਲਿਖਿਆ ਉਦੋਂ ਸਾਂਝਾ ਪੰਜਾਬ ਸੀ, ਉਦੋਂ ਪੰਜਾਬੀ ਸੂਬਾ ਨਹੀਂ ਸੀ ਬਣਿਆ, ਹਰਿਆਣਾ ਉਦੋਂ ਸਾਡਾ ਹਿੱਸਾ ਸੀ ਤੇ ਇੱਕ ਬਹੁਤ ਵੱਡਾ ਪੰਜਾਬ ਸੀ। ਪਰ ਫਿਰ ਵੀ ਰਾਜਸਥਾਨ ਉਹਦੇ 'ਚ ਸ਼ਾਮਲ ਨਹੀਂ ਸੀ। ਅਸੀਂ ਰਾਜਸਥਾਨ ਵਾਲੇ, ਹੁਣ ਰਣਜੀਤ ਸਿੰਘ ਰਾਜੂ ਵੀਰ ਜੀ ਜਿਹੜੇ ਗੰਗਾ ਨਗਰ ਕਿਸਾਨ ਸਮਿਤੀ ਵਾਲੇ ਨੇ, ਅਸੀਂ ਉਹਨਾਂ ਦੀਆਂ ਭਾਵਨਾਵਾਂ ਦੀ ਵੀ ਕਦਰ ਕਰਨੀ ਸੀ। ਸੋ ਅਸੀਂ ਕਿਸਾਨ ਟਰਾਲੀ ਟਾਈਮ ਉਹਦਾ ਨਾਂ ਦੇ ਦਿੱਤਾ। ਉਸ ਜੰਗਨਾਮਾ ਦੇ ਵਿੱਚ ਇੱਕ ਗੱਲ ਲਿਖੀ ਹੋਈ ਹੈ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਕਿਤੇ ਇਹ ਅੰਦੋਲਨ ਉਸ ਪਾਸੇ ਵੱਲ ਨੂੰ ਤਾਂ ਨਹੀਂ ਜਾਵੇਗਾ? ਬਿਲਕੁਲ ਜਾ ਸਕਦਾ ਸੀ, ਸੰਭਾਵਨਾਵਾਂ ਸੀ, ਜੇਕਰ ਲੋਕਾਂ ਦਾ ਆਗੂ ਪ੍ਰਣਾਲੀ ਦੇ ਉੱਪਰ ਇੰਨਾ ਦਬਾਅ ਨਾ ਹੁੰਦਾ। ਤੇ ਜਿਹੜੇ ਹੁਣ ਅੰਦੋਲਨ ਦਾ ਜਿਹੜਾ ਹੁਣ ਇੱਕ ਰੂਪ ਹੈ, ਇਹ ਉਹ ਰੂਪ ਹੈ ਜਿਹਦੇ ਵਿੱਚ ਖਲਾ ਤੇ ਖੰਡਾ ਪੈਦਾ ਹੁੰਦਾ ਜਾ ਰਿਹਾ। ਸੋ ਅੱਜ ਵੀ, ਕੱਲ ਵੀ ਅਸੀਂ ਕੁਝ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਮੀਟਿੰਗਸ ਕੀਤੀਆਂ, ਉਹਨਾਂ ਦੇ ਅੱਗੇ ਇਹ ਗੱਲ ਰੱਖੀ ਕਿ ਜੇਕਰ ਤੁਸੀਂ ਹੁਣ ਇਸ ਸੰਘਰਸ਼ ਦੇ ਨੂੰ ਅਗਲਾ ਤੁਸੀਂ ਕੋਈ ਪ੍ਰੋਗਰਾਮ ਨਹੀਂ ਦਿੰਦੇ ਜਿਹੜਾ ਸੰਘਰਸ਼ ਦੀ ਰੂਹ ਦੇ ਹਾਣ ਦਾ ਹੋਵੇ, ਤਾਂ ਜਿਹੜਾ ਸੰਘਰਸ਼ ਹੈ ਨਾ, ਇੱਕ ਮੇਲੇ ਦਾ ਰੂਪ ਲੈ ਲਿਆ ਜਾਵੇਗਾ। ਤੇ ਜਦੋਂ ਸੰਘਰਸ਼ ਮੇਲੇ ਦਾ ਰੂਪ ਲੈ ਲੈਂਦਾ, ਵੇਖੋ ਸੰਘਰਸ਼ ਤੁਸੀਂ ਪਿਛਲੇ ਸਮੇਂ ਦੇ ਵਿੱਚ ਵੇਖੋ, ਉਹਦੇ 'ਚ 2-3 ਗੱਲਾਂ ਹੁੰਦੀਆਂ ਨੇ। ਜਦੋਂ ਤੁਸੀਂ ਬਰਗਾੜੀ ਮੋਰਚੇ ਨੂੰ ਵੇਖਦੇ ਹੋ, ਤੇ ਬਰਗਾੜੀ ਮੋਰਚੇ ਦੀ ਜਿਹੜੀ ਵਾਗਡੋਰ ਸੀ ਇੱਕ ਵਿਅਕਤੀ ਦੇ ਹੱਥ ਸੀ। ਸੋ ਉਹ ਫੈਸਲੇ ਲੈਣ ਦਾ ਅਧਿਕਾਰ ਜਦੋਂ 1-2 ਵਿਅਕਤੀਆਂ ਦੇ ਕੋਲ ਸੀ, ਉਹ ਵੀ ਕਾਮਯਾਬ ਨਹੀਂ ਹੋ ਸਕਿਆ, ਭਾਵੇਂ ਉਹਦੇ ਵਿੱਚ ਹੀ ਸੰਗਤ ਦੀਆਂ ਬਹੁਤ ਵੱਡੀਆਂ ਭਾਵਨਾਵਾਂ ਜੁੜੀਆਂ ਹੋਈਆਂ ਸੀ। ਦੂਜੇ ਬੰਨੇ ਰਾਮਲੀਲਾ ਮੈਦਾਨ ਦਾ ਮੋਰਚਾ ਸੀ। ਰਾਮਲੀਲਾ ਮੈਦਾਨ ਦਾ ਮੋਰਚਾ ਸੀ ਇਵੇਂ ਦਾ ਕਿ ਜਿਹਦੇ ਵਿੱਚ ਜਿਹੜੇ ਸੀਗੇ ਪ੍ਰੋ ਨੇਸ਼ਨ ਸਾਰੇ ਤੱਤ ਸੀਗੇ, ਪਰ ਉਹ ਇੱਕ ਬਦਲ ਦੇ ਰੂਪ ਦੇ ਵਿੱਚ ਸੈਕਿੰਡ ਜਿਹੜੀ ਆ ਉਹ ਹਿੰਦੂਤਵ ਦੀ ਟੀਮ ਕੱਢਣਾ ਚਾਹੁੰਦੇ ਸੀ। ਉਹਨਾਂ ਨੇ ਕੇਜਰੀਵਾਲ ਦੇ ਰੂਪ 'ਚ ਕੱਢੀ।
ਤੀਜਾ ਸੀ ਸ਼ਹੀਨ ਬਾਗ ਦਾ। ਜਿਹੜਾ ਸ਼ਹੀਨ ਬਾਗ ਦਾ ਅੰਦੋਲਨ ਸੀ ਨਾ, ਉਹਦੇ ਵਿੱਚ ਤੁਸੀਂ ਸੰਘਰਸ਼ ਦੀ ਇੱਕ ਜੰਗਜੂ ਜਿਹੜੀ ਰੂਹ ਹੈ ਨਾ, ਉਹ ਮਹਿਸੂਸ ਕਰੋਗੇ। ਉਹਦੇ ਵਿੱਚ ਉਹ ਸੰਘਰਸ਼ ਦਾ ਜਿਹੜਾ ਤੁਸੀਂ ਕਹਿੰਦੇ ਇੱਕ ਸਿਖਰ ਹੁੰਦਾ, ਇੱਕ ਜਲਾਲ ਹੁੰਦਾ, ਉਸ ਸ਼ਹੀਨ ਬਾਗ ਦੇ ਮੋਰਚੇ ਵਿੱਚ ਸੀ। ਕੋਵਿਡ ਦੇ ਕਰਕੇ ਪਾਕਿਸਤਾਨੀ ਤੱਤਾਂ ਨਾਲ ਮੇਲ ਦੀ ਗੱਲ ਕਰਕੇ ਮੁੱਢ ਮੀਡੀਆ ਨੇ ਬਦਨਾਮ ਕਰਕੇ ਉਸ ਅੰਦੋਲਨ ਨੂੰ ਤਾਂ ਰੋਕ ਲਾ ਦਿੱਤੀ। ਹੁਣ ਸਾਡਾ ਨਿਸ਼ਾਨਾ ਇਹ ਸੀ ਕਿ ਜੇਕਰ ਤੁਸੀਂ ਇਸ ਸੰਘਰਸ਼ ਦੇ ਵਿੱਚ ਸੰਘਰਸ਼ੀਲ ਰੂਹ ਨੂੰ ਖਤਮ ਕਰ ਦਿੱਤਾ, ਇਹ ਇੱਕ ਕੰਫਰਟ ਜ਼ੋਨ ਦਾ ਜਿਹੜਾ ਰੂਪ ਲੈ ਗਿਆ ਕਿ ਲੋਕੀ ਆ ਰਹੇ ਨੇ, ਲੰਗਰ ਖਾ ਰਹੇ ਨੇ, ਵੀਕਡੇ ਦੇ ਉੱਪਰ ਲੋਕੀ ਘੱਟ ਹੁੰਦੇ ਨੇ, ਵੀਕਐਂਡ ਦੇ ਉੱਪਰ ਜਿਹੜੇ ਕਰਮਚਾਰੀ ਨੇ ਉਹ ਵੀ ਪਰਿਵਾਰਾਂ ਨੂੰ, ਬੱਚਿਆਂ ਨੂੰ ਲੈ ਕੇ ਆਉਂਦੇ ਨੇ। ਤੇ ਇਹਦੇ ਨਾਲ ਕੀ ਹੋਵੇਗਾ ਕਿ ਜਦੋਂ ਅਸੀਂ ਕੰਫਰਟ ਜ਼ੋਨ ਦੇ ਵਿੱਚ ਹੋਵਾਂਗੇ, ਸੁਵਿਧਾ ਖੇਮੇ ਦੇ ਵਿੱਚ ਹੋਵਾਂਗੇ, ਸੰਘਰਸ਼ ਦੀ ਜੇ ਰੂਹ ਖਤਮ ਹੋ ਜੇ ਨਾ ਤੇ ਸਟੇਟ ਦੇ ਉੱਪਰੋਂ ਦਬਾਅ ਖਤਮ ਹੋ ਜਾਂਦਾ। ਸੋ ਅਸੀਂ ਕੱਲ ਵੀ ਕੁਝ ਜਿਹੜੇ ਕਿਸਾਨ ਯੂਨੀਅਨਾਂ ਦੇ ਲੀਡਰ ਨੇ ਉਹਨਾਂ ਨੂੰ ਮਿਲੇ, ਅੱਜ ਸਵੇਰ ਦੇ ਵੀ ਤੁਸੀਂ ਸਾਡੇ ਨਾਲ ਹੀ ਉਹ ਵੇਖ ਹੀ ਰਹੇ ਹੋ, ਅੱਜ ਵੀ ਮੀਟਿੰਗਸ ਕੀਤੀਆਂ ਨੇ ਕਿ ਕੋਈ ਅਗਲੇਰਾ ਪ੍ਰੋਗਰਾਮ ਦਿੱਤਾ ਜਾਵੇ ਜਿਹਦੇ ਵਿੱਚ ਨੌਜਵਾਨੀ ਨੂੰ ਇਹ ਮਹਿਸੂਸ ਹੋਵੇ ਕਿ ਅਸੀਂ ਪਹਿਲਾਂ ਪ੍ਰੋਗਰਾਮ ਦਿੱਤਾ ਸੀ ਦਿੱਲੀ ਚਲੋ, ਤੇ ਹੁਣ ਦਿੱਲੀ ਚਲੋ ਦਾ ਪ੍ਰੋਗਰਾਮ ਦਿੱਲੀ ਦੇ ਕੰਢੇ ਤੇ ਆ ਕੇ ਰੁਕ ਗਿਆ। ਮਤਲਬ ਅੱਗੇ ਦਾ ਪ੍ਰੋਗਰਾਮ ਇਹ ਹੋ ਸਕਦਾ ਕਿ ਦਿੱਲੀ ਦੇ ਅੰਦਰ ਵੀ ਐਂਟਰ ਹੋ ਸਕਦੇ ਆ। ਵੇਖੋ, ਇਹਦਾ ਫੈਸਲਾ ਤਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਇਸ ਕਰਕੇ ਕਰਨਾ ਹੈ ਕਿਉਂਕਿ ਕੋਈ ਵੀ ਪੰਥਕ ਧਿਰ, ਪੰਥਕ ਨੁਮਾਇੰਦਾ, ਪੰਥਕ ਸ਼ਖਸੀਅਤ ਇਹ ਨਹੀਂ ਚਾਹੁੰਦੇ ਕਿ ਕਿਸਾਨ ਜਥੇਬੰਦੀਆਂ ਦੇ ਅੰਦੋਲਨ ਨੂੰ ਓਵਰਲੈਪ ਕੀਤਾ ਜਾਵੇ, ਕਿ ਕੋਈ ਫੈਸਲਾ ਆਪਣੇ ਆਪ ਲਿਆ ਜਾਵੇ। ਸੋ ਫੈਸਲਾ ਤੇ ਇਹ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਕਰਨਗੇ। ਸਾਡਾ ਫਰਜ਼ ਹੈ ਕਿ ਲੋਕਾਂ ਦੀ ਜਿਹੜੀ ਆਵਾਜ਼ ਹੈ ਕਿ ਲੋਕ ਕੀ ਚਾਹੁੰਦੇ ਨੇ। ਲੋਕ ਇਸ ਵੇਲੇ ਇਸ ਅੰਦੋਲਨ ਦੇ ਵਿੱਚ ਇੱਕ ਖੜੋਤ ਮਹਿਸੂਸ ਕਰ ਰਹੇ ਨੇ, ਤੁਸੀਂ ਵੀ ਮਹਿਸੂਸ ਕਰ ਰਹੇ ਹੋ, ਤੇ ਅਸੀਂ ਚਾਹੁੰਦੇ ਕਿ ਉਸ ਖੜੋਤ ਨੂੰ ਤੋੜਿਆ ਜਾਵੇ। ਕਿਸਾਨ ਟਰਾਲੀ ਟਾਈਮ ਦੇ ਵੱਲ ਦੁਬਾਰਾ ਆਪਾਂ ਗੱਲ ਕਰਾਂਗੇ, ਉਹਦੇ ਵੱਲ ਹੀ ਆਵਾਂਗੇ। ਇੱਕ ਅਖਬਾਰ ਪਹਿਲਾਂ ਤੋਂ ਚੱਲ ਰਿਹਾ ਸੀ, ਇੱਕ ਨਵੇਂ ਅਖਬਾਰ ਦਾ ਆਉਣਾ ਜਾਂ ਕਿਸਾਨ ਉਸੇ ਨਾਮ ਤੋਂ ਆਉਣਾ, ਤੇ ਇਹ ਕਿਤੇ ਦੁਬਿਧਾ ਤਾਂ ਨਹੀਂ ਪੈਦਾ ਕਰਦਾ? ਤੇ ਇੱਕ ਇਹ ਆ ਕਿ ਇਸ ਦੇ ਨਾਲ ਕਿਤੇ ਅੰਦੋਲਨ ਨੂੰ ਕੋਈ ਸੱਟ ਤਾਂ ਨਹੀਂ ਵੱਜੇਗੀ? ਕਿਉਂਕਿ ਪਹਿਲਾਂ ਵੀ ਅਜਿਹੇ ਬਿਆਨ ਸਟੇਜ ਤੋਂ, ਜਿਵੇਂ ਨਿਸ਼ਾਨ ਸਾਹਿਬ ਵਾਲਾ ਬਿਆਨ ਆਇਆ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸੁਲਝਾ ਲਿਆ ਗਿਆ, ਪਰ ਇਹ ਵੀ ਨਹੀਂ ਸੁਲਝਾਈ ਜਾ ਸਕਦੀ ਸੀ ਗੱਲ, ਤੁਹਾਨੂੰ ਲੱਗਦਾ? ਨਹੀਂ, ਵੇਖੋ, ਇਹ ਵੀ ਇੱਕ ਸੁਝਾਉਣ ਦਾ ਹੀ ਤਰੀਕਾ ਹੈ। ਸਾਨੂੰ ਇੰਜ ਲੱਗਾ ਕਿ ਜੇਕਰ ਖੱਬੇ ਪੱਖੀ ਵੀਰ, ਮੈਂ ਫਿਰ ਕਹਿੰਦਾ ਕਿ ਨਿਸ਼ਾਨਾ ਜੇ ਅੰਦੋਲਨ ਦੀ ਜਿੱਤ ਹੈ ਤਾਂ ਸਾਡਾ ਉਹਨਾਂ ਦੇ ਨਾਲ ਕੋਈ ਵਿਰੋਧ ਨਹੀਂ ਹੈ। ਜੇ ਖੱਬੇ ਪੱਖੇ ਵੀਰ ਅੰਦੋਲਨ ਦੇ ਵਿੱਚ ਇਮਾਨਦਾਰੀ ਦੇ ਨਾਲ ਭੂਮਿਕਾ ਨਿਭਾ ਕੇ ਸਰਕਾਰ ਨੂੰ ਆਪਣਾ ਨਿਸ਼ਾਨਾ ਬਣਾਉਣਾ ਚਾਹੁੰਦੇ ਨੇ ਤਾਂ ਸਾਡਾ ਨਿਸ਼ਾਨਾ ਵੀ ਉਹੀ ਹੈ। ਸੋ ਅਸੀਂ, ਮੈਂ ਕਹਿੰਦਾ, ਇੱਕ ਨਹੀਂ, ਦੋ ਨਹੀਂ, 10 ਇੱਥੇ ਪੱਤਰ ਜਾਂ ਅਖਬਾਰਾਂ ਸ਼ੁਰੂ ਹੋ ਜਾਣ, ਨਿਸ਼ਾਨਾ ਕੇਂਦਰ ਹੋਵੇ ਤੇ ਉਹਦੇ ਵਿੱਚ ਗੱਲ ਕਿਸਾਨੀ ਸੰਘਰਸ਼ ਦੀ ਕੀਤੀ ਜਾਵੇ, ਤਾਂ ਮੇਰੇ ਖਿਆਲ ਦੇ ਨਾਲ ਇਵੇਂ ਦਾ ਕੋਈ ਵਿਰੋਧਾ ਭਾਵ ਨਹੀਂ ਆ। ਅਸੀਂ ਆਪਣੇ ਵੱਲੋਂ ਇਹਦੇ ਵਿੱਚ ਕਿਸੇ ਦੀ ਵੀ ਇਸ ਸੰਘਰਸ਼ ਦੇ ਵਿੱਚ ਹਿੱਸਾ ਲੈ ਰਹੀ ਕਿਸੇ ਧੁਰ ਦੀ ਕੋਈ ਆਲੋਚਨਾ ਨਹੀਂ ਕਰਾਂਗੇ। ਅਸੀਂ ਤਾਂ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਵੱਲੋਂ ਵੀ ਕਿਸਾਨ ਸੰਘਰਸ਼ ਦੀ ਹਮਾਇਤ ਦੀ ਗੱਲ ਕਰਾਂਗੇ। ਅਸੀਂ ਕਿਸਾਨ ਸੰਘਰਸ਼ ਨੂੰ ਸਹੀ ਡਾਇਰੈਕਸ਼ਨ ਦੇਣ ਦੀ ਗੱਲ ਕਰਾਂਗੇ। ਅਸੀਂ ਕਿਸਾਨ ਸੰਘਰਸ਼ ਦੇ ਵਿੱਚ ਜਥੇਬੰਦੀਆਂ ਦੀ ਜਿਹੜੀ ਭੂਮਿਕਾ ਉਹਦੇ ਉੱਪਰ ਕੋਈ ਚਿੰਤਾ ਨਹੀਂ ਕਰਾਂਗੇ। ਇਹ ਤੁਸੀਂ ਕਹਿ ਰਹੇ ਹੋ, ਪਰ ਲੋਕਾਂ ਦੇ ਵਿੱਚ ਫਿਰ ਵੀ ਕਿਤੇ ਨਾ ਕਿਤੇ ਦੁਬਿਧਾ ਬਣ ਜਾਂਦੀ ਹੈ ਕਿ ਅਖਬਾਰ ਅਲੱਗ ਤੋਂ ਕਿਉਂ ਸ਼ੁਰੂ ਕਰਨਾ ਪਿਆ। ਇਹ ਤਾਂ ਜਾਇਜ਼ ਗੱਲ ਆ ਕਿ ਕਿਉਂ ਸ਼ੁਰੂ ਕਰਨਾ ਪਿਆ, ਹਰੇਕ ਦੇ ਦਿਮਾਗ ਦੇ ਵਿੱਚ ਜਾਂਦੀ ਹੈ, ਕਿਉਂਕਿ ਪਹਿਲਾਂ ਤੋਂ ਜਦੋਂ ਟਰਾਲੀ ਟਾਈਮ ਚੱਲ ਰਿਹਾ ਸੀ, ਕਿਸਾਨ ਟਰਾਲੀ ਟਾਈਮ ਕਿਉਂ ਸ਼ੁਰੂ ਕਰਨਾ ਪਿਆ, ਉਹਦੇ ਨਾਲ ਰਲ ਕੇ ਕਿਉਂ ਨਹੀਂ ਕੀਤਾ ਜਾ ਸਕਿਆ? ਹਾਲਾਂਕਿ ਤੁਸੀਂ ਦੱਸਦਾ ਏ, ਪਰ ਇਸ ਦੇ ਨਾਲ ਇਸ ਨੂੰ ਸੁਲਝਾਇਆ ਵੀ ਜਾ ਸਕਦਾ ਸੀ। ਵੇਖੋ ਵੀਰ ਜੀ, ਜਦੋਂ ਉਹਨਾਂ ਨੇ ਸੁਲਝਾਉਣ ਦੇ ਜਿਹੜੇ ਰਾਹ ਬੰਦ ਕਰ ਦਿੱਤੇ ਕਿ ਉਹਨਾਂ ਨੇ ਮੈਨੂੰ ਉਸ ਗਰੁੱਪ ਦੇ ਵਿੱਚੋਂ ਵੀ ਰਿਮੂਵ ਕਰ ਦਿੱਤਾ, ਮੈਨੂੰ ਕੋਈ ਇਤਰਾਜ਼ ਨਹੀਂ ਹੈ, ਕਿਉਂਕਿ ਵੇਖੋ ਉੱਥੇ ਬਹੁ ਗਿਣਤੀ ਉਹਨਾਂ ਦੀ ਹੈ, ਉਹਨਾਂ ਦੇ ਵਿੱਚ ਪੰਥਕ ਮੈਂ ਹੀ ਸੀਗਾ। ਔਰ ਉਹਨਾਂ ਨੇ ਬਾਰ-ਬਾਰ ਕਿਹਾ ਵੀ ਹੈ ਕਿ ਸਾਨੂੰ ਪ੍ਰੋਬਲਮ ਉਹਦੀ ਸੰਪਾਦਗੀ ਤੋਂ ਨਹੀਂ ਹੈ, ਸਾਨੂੰ ਪ੍ਰੋਬਲਮ ਉਹਦੀ ਸ਼ਖਸੀਅਤ ਤੋਂ ਹੈ ਕਿ ਉਹਦੇ ਨਾਲ ਪੰਥਕ ਹੋਣ ਦਾ, ਸਿੱਖ ਵਿਚਾਰਧਾਰਾ ਨਾਲ ਜੁੜੇ ਹੋਣ ਦਾ ਠੱਪਾ ਲੱਗਦਾ। ਤੋ ਪਰ ਮੈਨੂੰ ਕੋਈ ਇਤਰਾਜ਼ ਨਹੀਂ ਹੈ, ਕਿਉਂਕਿ ਮੈਂ ਇਹ ਗਲਤ ਨਹੀਂ ਕਹਿ ਰਹੇ, ਮੈਂ ਪੰਥਕ ਵਿਚਾਰਧਾਰਾ ਨਾਲ ਜੁੜਿਆ ਹਾਂ ਤੇ ਕਿਸਾਨੀ ਅੰਦੋਲਨ ਤਾਂ 2, 4, 5 ਮਹੀਨੇ ਦਾ ਹੋ ਸਕਦਾ, ਸਾਰੀ ਉਮਰ ਮੈਂ ਪੰਥ ਨੂੰ ਜਵਾਬ ਦਿਆਂ। ਸੋ ਮੇਰੇ ਵਾਸਤੇ ਪੰਥ ਪ੍ਰਥਮ ਹੈ। ਪਰ ਮੈਂ ਫਿਰ ਵੀ ਜਿਹੜਾ ਦੂਸਰਾ ਵੀ ਸ਼ੁਰੂ ਕੀਤਾ, ਮੈਂ ਉਹਦੀ ਸੰਪਾਦਕੀ ਦੇ ਵਿੱਚ ਵੀ ਇਹੀ ਗੱਲ ਲਿਖੀ ਹੈ ਕਿ ਕਿਸੇ ਤਰ੍ਹਾਂ ਦੇ ਨਾਲ ਲੋਕਾਂ ਦੇ ਵਿੱਚ ਇਹ ਗੱਲ ਨਹੀਂ ਜਾਊਗੀ ਕਿ ਸ਼ਾਇਦ ਉਹਨਾਂ ਦੇ ਪੱਤਰ ਨੂੰ ਢਾਹ ਲਾਉਣ ਦੇ ਵਾਸਤੇ ਨਹੀਂ। ਮੈਂ ਕਹੂੰਗਾ ਅਸੀਂ ਉਹਨਾਂ ਦਾ ਵੀ ਸਵਾਗਤ ਕਰੀਏ। ਮੈਂ ਤਾਂ ਉਹਨਾਂ ਦੇ ਵੀਰਾਂ ਨੂੰ ਵੀ ਕਿਹਾ ਸੀ ਕਿ ਤੁਸੀਂ ਵੀ ਲੇਖ ਭੇਜੋ, ਜੇ ਲੱਗਦਾ ਕਿ ਤੁਹਾਡਾ ਪੱਤਰ ਛੋਟਾ, ਸਾਡੇ ਕੋਲ ਪੇਜ ਜ਼ਿਆਦਾ ਨੇ, ਵੀ ਅਸੀਂ ਤੁਹਾਡੇ ਜਿਹੜੇ ਲੇਖ ਆ ਉਹ ਵੀ ਛਾਪਾਂਗੇ, ਬਸ਼ਰਤੇ ਉਹ ਕਿਸੇ ਇੱਕ ਵਿਚਾਰਧਾਰਾ ਦੀ ਗੱਲ ਨਾ ਕਰਦੇ ਹੋਣ, ਉਹ ਸਰਕਾਰ ਦੇ ਖਿਲਾਫ ਨਿਸ਼ਾਨਾ ਬਣਾਉਂਦੇ ਹੋਣ, ਨਿਸ਼ਾਨਾ ਸਾਧਦੇ ਹੋਣ ਤੇ ਕਿਸਾਨ ਅੰਦੋਲਨ ਨੂੰ ਬਲ ਦਿੰਦੇ ਹੋਣ। ਸੋ ਇਸ ਕਰਕੇ ਮੇਰੀ ਮਾਨਸਿਕਤਾ ਦੇ ਵਿੱਚ, ਮੇਰੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਦੁਬਿਧਾ ਜਾਂ ਕੋਈ ਈਰਖਾ ਜਾਂ ਨਿੰਦਿਆ ਵਾਲੀ ਗੱਲ ਨਹੀਂ ਜੀ। ਪਰ ਫਿਰ ਵੀ ਕਿਤੇ ਨਾ ਕਿਤੇ ਲੱਗਦਾ ਹੈ ਕਿ ਇੱਕ ਖਾਸ ਵਿਚਾਰਧਾਰਾ ਦੇ ਲੋਕ ਹੀ ਇੱਥੇ ਭਾਰੂ ਨੇ,
ਤੇ ਜਿਹੜਾ ਪੰਥਕ ਵਿਚਾਰਧਾਰਾ ਨੂੰ ਥੋੜਾ ਪਿੱਛੇ ਰੱਖਿਆ ਗਿਆ ਉਸ ਟਰਾਲੀ ਟਾਈਮ ਦੇ ਵਿੱਚ ਵੀ ਇਹ ਆਪਾਂ ਮੰਨ ਸਕਦੇ ਹਾਂ ਜੀ। ਹਾਂ, ਉਹਨਾਂ ਨੇ ਕੋਸ਼ਿਸ਼ ਕੀਤੀ ਔਰ ਮੈਨੂੰ ਇਸ ਗੱਲ ਦਾ ਦੁੱਖ ਵੀ ਹੋਇਆ ਕਿਉਂਕਿ ਮੇਰੇ ਮਨ 'ਚ ਉਹਨਾਂ ਦੇ ਪ੍ਰਤੀ ਕੋਈ ਈਰਖਾ ਨਹੀਂ ਸੀ। ਜੇ ਇਸ ਤਰ੍ਹਾਂ ਦੀ ਹੁੰਦੀ ਤਾਂ ਮੈਂ ਪਹਿਲੇ ਦਿਨ ਸੰਪਾਦਕੀ ਤੋਂ ਨਾ ਕਰ ਦਿੰਦਾ, ਨਹੀਂ ਜੀ ਤੁਹਾਡੀ ਜਿਹੜੀ ਲੈਫਟਿਸਟ ਜਿਹੜੀ ਵਿਚਾਰਧਾਰਾ ਜਾਂ ਜਿਹੜਾ ਉਹ ਥਾਟ ਪ੍ਰੋਸੈਸ ਆ ਮੇਰੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦਾ। ਪਰ ਮੇਰੇ ਮਨ 'ਚ ਬਿਲਕੁਲ ਨਹੀਂ ਸੀ। ਮੇਰੇ ਮਨ 'ਚ ਸੀਗਾ ਕਿ ਨਹੀਂ, ਸਾਡਾ ਸ਼ਮੂਲੀਅਤ ਕਿਸਾਨ ਅੰਦੋਲਨ ਦੇ ਵਿੱਚ ਹੈ, ਸਾਡਾ ਨਿਸ਼ਾਨਾ ਸਰਕਾਰ ਦੇ ਨਾਲ ਲੜਨਾ ਹੈ ਤੇ ਸਾਡਾ ਮਰਕਜ਼ ਜਿਹੜਾ ਹੈ ਉਹ ਸਰਕਾਰ ਨੂੰ ਝੁਕਾਉਣਾ ਹੈ। ਸੋ ਉਹਦੇ ਵਿੱਚ ਮੈਨੂੰ ਸੀਗਾ ਕਿ ਚਾਹੇ ਕੋਈ ਲੈਫਟਿਸਟ ਹੈ, ਚਾਹੇ ਕੋਈ ਮਾਓਵਾਦੀ ਹੈ, ਚਾਹੇ ਕੋਈ ਰਾਈਟ ਵਿੰਗ ਹੈ, ਜਿਹੜੀ ਵੀ ਜਥੇਬੰਦੀ ਜਿਸ ਤਰ੍ਹਾਂ ਦੇ ਨਾਲ ਵੀ ਇਸ ਅੰਦੋਲਨ ਦੇ ਵਿੱਚ ਸਾਰਥਕ ਭੂਮਿਕਾ ਨਿਭਾ ਸਕਦੀ ਹੈ ਉਹਦਾ ਸਵਾਗਤ ਹੈ। ਸੋ ਇਸ ਕਰਕੇ ਮੇਰੇ ਜਿੰਨੇ ਯਾਰ ਦੋਸਤ ਵੀ ਸੀਗੇ ਜਿਹੜੇ ਵਿਦੇਸ਼ਾਂ 'ਚ ਬੈਠੀਆਂ ਜਥੇਬੰਦੀਆਂ ਸੀ, ਅਸੀਂ ਇਸੇ ਕਰਕੇ ਤੁਸੀਂ ਵੇਖੋਗੇ ਕਿ ਉਹਨਾਂ ਦੀ ਟਰਾਲੀ ਟਾਈਮ ਦੀ ਕਿਸੇ ਇੱਕ ਸ਼ਬਦ ਦੇ ਵਿੱਚ ਕਿਸੇ ਨੇ ਵਿਰੋਧਤਾ ਨਹੀਂ ਕੀਤੀ ਕਿਉਂਕਿ ਸਾਰਿਆਂ ਨੂੰ ਪਹਿਲਾਂ ਮੈਂ ਭਰੋਸੇ ਦੇ ਵਿੱਚ ਲਿਆ ਕਿ ਇਹ ਇਸ ਕਰਕੇ ਹੈ ਕਿ ਜਿਹੜੀ ਇਸ ਸਮੁੱਚੇ ਅੰਦੋਲਨ ਦੇ ਵਿੱਚੋਂ ਪੰਥਕ ਵਿਚਾਰਧਾਰਕ ਰੂਹ ਨਾ ਖਤਮ ਹੋਵੇ। ਪਰ ਅਸੀਂ ਉਹਨਾਂ ਦੇ ਵਿਰੋਧੀ ਨਹੀਂ ਹੈ ਕਿਉਂਕਿ ਉਹ ਸੰਘਰਸ਼ ਦੇ ਵਿੱਚ ਸ਼ਾਮਲ ਨੇ ਤੇ ਅਸੀਂ ਉਹਨਾਂ ਦਾ ਸਾਥ ਦੇਵਾਂਗੇ। ਅੱਗੇ ਤੋਂ ਇਹ ਅਖਬਾਰ ਆਪਾਂ ਦੇਖ ਸਕਦੇ ਹਾਂ ਕਿ ਇਕੱਠਾ ਵੀ ਹੋ ਸਕਦਾ ਹੈ, ਟਰਾਲੀ ਟਾਈਮਜ਼ ਤੇ ਕਿਸਾਨ ਟਰਾਲੀ ਟਾਈਮਜ਼ ਇੱਕ ਜਗ੍ਹਾ ਤੇ ਜੇ ਉਹ ਚਾਹਣ ਤਾਂ ਤੇ ਇਕੱਠਾ ਹੋ ਸਕਦਾ ਹੈ। ਬਿਲਕੁਲ ਜੀ, ਮੇਰੇ ਵੱਲੋਂ ਤਾਂ ਕੈਨੇਡਾ ਦੇ ਕੁਝ ਵੀਰਾਂ ਨੇ ਕੋਸ਼ਿਸ਼ ਵੀ ਕੀਤੀ ਸੀ। ਮੇਰੇ ਵੱਲੋਂ ਜਿਹੜੇ ਦਰਵਾਜ਼ੇ ਨੇ ਉਹ ਹਮੇਸ਼ਾ ਖੁੱਲ੍ਹੇ ਨੇ ਕਿਉਂਕਿ ਜਿਹੜਾ ਸੰਤਾਪ ਮੈਂ ਭੋਗਿਆ ਕੁਝ ਸੰਤਾਪ ਦਾ ਹਿੱਸਾ ਉਹਨਾਂ ਨੂੰ ਵੀ ਬਣਨਾ ਪਿਆ ਜਦੋਂ ਕਿਸਾਨ ਜਥੇਬੰਦੀਆਂ ਨੇ ਕਹਿ ਦਿੱਤਾ ਕਿ ਇਹਦਾ ਸਾਡੇ ਨਾਲ ਕੋਈ ਸੰਬੰਧ ਨਹੀਂ ਹੈ। ਉਹ ਸਾਰੇ ਟਰਾਲੀ ਟਾਈਮ ਨੂੰ ਨਿਸ਼ਾਨਾ ਬਣਾਇਆ ਗਿਆ। ਪਰ ਉੱਥੇ ਇਹ ਸੀਗਾ ਕਿ ਇਸ ਟੀਮ ਨੂੰ ਉਦੋਂ ਮੇਰੇ ਹੱਕ ਦੇ ਵਿੱਚ ਖਲੋਣਾ ਚਾਹੀਦਾ ਸੀ, ਨਹੀਂ ਖੜੇ ਹੋਏ। ਉਹਨਾਂ ਦੀਆਂ ਮਜਬੂਰੀਆਂ ਕਮਜ਼ੋਰੀਆਂ ਹੋ ਸਕਦੀਆਂ ਨੇ, ਖੈਰ ਮੈਂ ਉਹਦੇ ਗੱਲ ਤੇ ਨਹੀਂ ਜਾਣਾ। ਪਰ ਇਹ ਗੱਲ ਹੈ ਕਿ ਮੇਰੇ ਵੱਲੋਂ ਗੱਲਬਾਤ ਇਕੱਠੇ ਹੋਣ ਦੇ ਦਰਵਾਜ਼ੇ ਕਦੀ ਵੀ ਬੰਦ ਨਹੀਂ ਹੋਣਗੇ ਜੀ। ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਜੋ ਖੱਬੇ ਪੱਖੀ ਦੋਸਤ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅਖੀਰ ਦੇ ਵਿੱਚ ਸਾਡੇ ਦੇਖਣ ਵਾਲੇ ਦਰਸ਼ਕਾਂ ਦੇ ਲਈ ਤੁਹਾਡਾ ਕੋਈ ਸੰਦੇਸ਼ ਜੀ? ਬਿਲਕੁਲ ਜੀ, ਮੈਂ ਤੁਹਾਡੇ ਇਸ GT ਰੋਡ FM ਦੇ ਰਾਹੀਂ ਇੱਕੋ ਹੀ ਸੰਦੇਸ਼ ਦੇਣਾ ਚਾਹੁੰਦਾ। 18ਵੀਂ ਸਦੀ ਦੇ ਵਿੱਚ ਇੱਕ ਸਾਡੀ ਬਹੁਤ ਵੱਡੀ ਪਰੰਪਰਾ ਰਹੀ ਹੈ ਕਿ ਜਿਹੜੀਆਂ ਮਿਸਲਾਂ ਸੀ ਆਪਸ 'ਚ ਕਈ ਵਾਰੀ ਲੜ ਪੈਂਦੀਆਂ ਸੀ। ਬਹੁਤ ਸਾਡੇ ਚੰਗੇ ਸਰਦਾਰਾਂ ਦੇ ਕਤਲ ਵੀ ਕਈ ਵਾਰੀ ਆਪਸੀ ਲੜਾਈਆਂ ਦੇ ਵਿੱਚ ਹੋਏ ਨੇ। ਪਰ ਜਦੋਂ ਅਬਦਾਲੀ ਸਾਡੇ ਤੇ ਹਮਲਾ ਕਰਦਾ ਸੀ ਨਾ ਤੇ ਉਦੋਂ ਮਿਸਲਾਂ ਦੇ ਸਰਦਾਰ ਇੱਕ ਆਵਾਜ਼ ਦਿੰਦੇ ਸੀ, ਮਿਸਲ ਵੰਡ ਅਬ ਕਬੇ ਨਾ ਪਾਓ, ਰਲ ਮਿਲ ਖੜ ਤੁਰ ਪੰਥ ਬਚਾਓ। ਕਿ ਜਦੋਂ ਤੁਹਾਡਾ ਦੁਸ਼ਮਣ ਵੱਡਾ ਹੋਵੇ ਨਾ, ਤੁਹਾਨੂੰ ਆਪਸੀ ਵਿਰੋਧ, ਆਪਸੀ ਵਖਰੇਵੇਂ, ਆਪਸੀ ਈਰਖਾ, ਆਪਸੀ ਪਾਰਟੀਬਾਜ਼ੀਆਂ ਛੱਡ ਦੇਣੀਆਂ ਚਾਹੀਦੀਆਂ ਨੇ। ਹੁਣ ਸਾਡਾ ਦੁਸ਼ਮਣ ਕੇਂਦਰ ਹੈ, ਸਾਡਾ ਦੁਸ਼ਮਣ ਵੱਡਾ ਹੈ ਤੇ ਸਾਡਾ ਫਰਜ਼ ਬਣਦਾ ਹੈ ਕਿ ਹੁਣ ਨਿੱਕੇ ਮੋਟੇ ਵਖਰੇਵੇਂ, ਨਿੱਕੀਆਂ ਮੋਟੀਆਂ ਰਾਜਨੀਤਿਕ ਗੱਲਾਂ, ਨਿੱਕੀਆਂ ਮੋਟੀਆਂ ਵਿਚਾਰਧਾਰਕ ਗੱਲਾਂ ਉਹ ਇਸ ਵੇਲੇ ਸਾਨੂੰ ਇਸ ਸਾਰੇ ਅੰਦੋਲਨ 'ਚੋਂ ਲਾਂਭੇ ਰੱਖਣੀਆਂ ਚਾਹੀਦੀਆਂ ਨੇ। ਸਾਰਿਆਂ ਨੂੰ ਇਕੱਠੇ ਹੋ ਕੇ ਸੰਘਰਸ਼ ਰਲਣਾ ਚਾਹੀਦਾ ਹੈ ਕਿਉਂਕਿ ਸਾਡਾ ਦੁਸ਼ਮਣ ਸਾਂਝਾ ਹੈ ਹੁਣ ਇਸ ਵੇਲੇ। ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਵਾਸਤੇ। ਸੋ ਇਹ ਸਨ ਸੁਖਪ੍ਰੀਤ ਉਦੋਕੇ ਜੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਬੜੇ ਹੀ ਤਰੀਕੇ ਦੇ ਨਾਲ ਔਰ ਢੰਗ ਦੇ ਨਾਲ ਉਹਨਾਂ ਨੇ ਦੱਸਿਆ ਹੈ ਕਿ ਸਾਨੂੰ ਵਿਚਾਰਧਾਰਕ ਵਖਰੇਵੇਂ ਹੋਣ ਦੇ ਬਾਵਜੂਦ ਵੀ ਇੱਕ ਜਗ੍ਹਾ ਤੇ ਇਕੱਠੇ ਹੋਣਾ ਚਾਹੀਦਾ ਹੈ ਕਿਉਂਕਿ ਸਾਡਾ ਦੁਸ਼ਮਣ ਇੱਕ ਹੈ। ਤੁਸੀਂ GT ਰੋਡ FM ਦੇਖਦੇ ਰਹੋ। ਇਸੇ ਤਰ੍ਹਾਂ ਤੁਹਾਨੂੰ ਲਗਾਤਾਰ ਸਿੰਘੂ ਮੋਰਚੇ ਤੋਂ ਤਸਵੀਰਾਂ ਦਿਖਾ ਰਹੇ ਹਾਂ, ਕਿਸਾਨ ਅੰਦੋਲਨ ਦੀਆਂ ਤਸਵੀਰਾਂ ਦਿਖਾ ਰਹੇ ਹਾਂ। ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਮੈਂ ਵਰਿੰਦਰ ਔਲਖ, GT ਰੋਡ FM ਸਿੰਘੂ ਬਾਰਡਰ।